मैं सुखपाल सिंह खैरा ਨੂੰ ਸੁਣ ਰਿਹਾ ਸੀ ਪਿਛਲੇ ਦਿਨੀ ਉਹ ਆ ਕੇ ਜਦੋਂ ਜੇਲ੍ਹ ਤੋਂ ਬਾਹਰ ਆਏ ਨੇ ਬੋਲੇ ਨੇ ਹਲਕੇ 'ਚ ਤਾਂ ਉਹ ਸ਼ਬਦ ਮੈਂ ਨਹੀਂ ਬੋਲ ਸਕਦਾ ਹੈ ਨਾ ਸਕਰੀਨ ਤੇ ਜੋ ਖੈਰਾ ਨੇ ਬੋਲੇ ਕਿ ਸਾਡੇ ਤੇ ਉਹ ਲੋਕ ਆ ਕੇ ਰਾਜ ਕਰਨਗੇ। ਖੈਰੇ ਨੇ ਹੁਣ ਤੱਕ ਆਪਣੀ ਮਿੱਟੀ ਬੋਲ ਬੋਲ ਕੇ ਹੀ ਪਟਾਈ ਹੈ। ਜੇ ਕੁਝ ਹਾਸਲ ਕੀਤਾ ਤਾਂ ਦੱਸੇ। ਉਹਨੂੰ ਸਿਰਫ ਬੋਲਣਾ ਆਉਂਦਾ ਔਰ ਜਿਸ ਤਰੀਕੇ ਨਾਲ ਬੋਲਦਾ ਜਿਹੋ ਜਿਹੀ ਭਾਸ਼ਾ ਉਹ ਇਸਤੇਮਾਲ ਕਰਦਾ ਆ ਉਹ ਤਾਂ ਵੈਸੇ ਹੀ ਸ਼ੋਭਾ ਨਹੀਂ ਦਿੰਦੀ ਕਿ ਮੈਂ ਆਪਣੇ ਆਪ ਨੂੰ ਇਹ ਬੜੇ ਸੱਭਿਅਕ ਕਹਾਉਂਦੇ ਆ। ਸੱਭਿਅਕ ਕਹਾਉਣ ਵਾਲੇ ਇਹ ਇਨਸਾਨ ਜਿਹੜੇ ਇਨਸਾਨ ਦੀ ਕਦਰ ਨਹੀਂ ਕਰਨਾ ਜਾਣਦੇ ਇਹ ਰਾਜ ਕੀ ਕਰਨ। ਸੀਐਮ ਫੇਸ ਆਮ ਆਦਮੀ ਪਾਰਟੀ ਨੇ ਬਹੁਤ ਲੇਟ ਦਿੱਤਾ ਤੇ ਹੁਣ ਵਿਰੋਧੀ ਆਖ ਰਹੇ ਨੇ ਕਿ ਭਗਵੰਤ ਮਾਨ ਦਿੱਤੇ ਗਏ ਨੇ ਉਹ ਸਿਰਫ ਇੱਕ ਅੱਗੇ ਕੀਤੇ ਗਏ ਨੇ ਰਬੜ ਸਟੈਂਪ ਨੇ ਤੇ ਰਾਜ ਦਿੱਲੀ ਵਾਲੇ ਨੇ ਹੀ ਆ ਕੇ ਕਰਨਾ। ਅੱਜ ਤੱਕ ਬੋਲਣ ਵਾਲਾ ਜਿਹੜਾ ਹਰ ਪਾਰਟੀ ਦੇ ਖਿਲਾਫ ਹਰ ਤਾਕਤ ਦੇ ਖਿਲਾਫ ਬੋਲਣ ਵਾਲਾ ਕੱਲਾ ਭਗਵੰਤ ਮਾਨ ਆ ਔਰ ਇਹ ਗੱਲ ਜਿਹੜੀ ਸਿਰਫ ਤੇ ਸਿਰਫ ਇਹਨਾਂ ਦੇ ਹੋਛੇਪਨ ਦਾ ਤੇ ਬੁਖਲਾਈਆਂ ਪਈਆਂ ਦੋਨੋਂ ਪਾਰਟੀਆਂ ਉਹਨਾਂ ਦਾ ਨਤੀਜਾ ਹੈ ਜੀ। ਮਜੀਠੀਆ 2 ਥਾਂ ਤੋਂ ਚੋਣ ਲੜ ਰਹੇ ਨੇ, ਚਰਨਜੀਤ ਸਿੰਘ ਚੰਨੀ 2 ਥਾਂ ਤੋਂ ਚੋਣ ਲੜ ਰਹੇ। ਤੁਹਾਡੇ ਸੀਐਮ ਕੈਂਡੀਡੇਟ ਨੇ ਭਗਵੰਤ ਮਾਨ। ਤੁਹਾਡੀ ਪਾਰਟੀ ਨੂੰ ਇਨਸਿਕਿਉਰਿਟੀ ਹੋਈ ਕਿ ਚਲੋ ਭਗਵੰਤ ਮਾਨ ਨੂੰ ਵੀ 2 ਥਾਂ ਤੋਂ ਲੜਾ ਦੀ, 1 ਥਾਂ ਤੋਂ ਹਾਰ ਗਏ ਤਾਂ ਦੂਜੀ ਥਾਂ ਤੁਸੀਂ ਗੱਲ ਸੁਣ ਚਾ ਰਿਹਾ ਸੀ ਕਿ ਚੰਨੀ ਸਾਹਿਬ ਦੀ ਸੀਟ ਜਿਹੜੀ ਆ ਚਮਕੌਰ ਸਾਹਿਬ ਵਾਲੀ ਉਹ ਨਿਕਲਦੀ ਨਹੀਂ, ਇਸ ਕਰਕੇ 2 ਸੀਟਾਂ ਤੋਂ ਲੜ ਰਹੇ ਨੇ। ਸਭ ਤੋਂ ਪਹਿਲਾਂ ਆਮ ਆਦਮੀ ਪਾਰਟੀ ਔਰਤਾਂ ਦੀ ਸੋਸ਼ਲ ਸਿਕਿਉਰਿਟੀ ਦੀ ਗਰੰਟੀ ਦੇ ਚੁੱਕੀ ਹੈ ਤੇ ਦਿੱਲੀ ਦੇ ਵਿੱਚ ਉਹ ਸੋਸ਼ਲ ਸਿਕਿਉਰਿਟੀ ਕਿੱਥੇ ਔਰਤਾਂ ਦੀ? ਪੰਜਾਬ ਦੇ ਜਿਹੜੇ ਯੂਥ ਆ ਉਹ ਦਿੱਲੀ ਤਾਂ ਜਾ ਹੀ ਨਹੀਂ ਰਿਹਾ, ਉਹ ਤਾਂ ਕੈਨੇਡਾ ਜਾ ਰਿਹਾ। ਤਾਂ ਫਿਰ ਦਿੱਲੀ ਮਾਡਲ ਪੰਜਾਬ ਦੇ ਵਿੱਚ ਲਾਗੂ ਕਰਕੇ ਪੰਜਾਬ ਦਾ ਕੀ ਫਾਇਦਾ ਹੋਏਗਾ? ਜੇ ਦਿੱਲੀ ਮਾਡਲ ਇੰਨਾ ਕਾਮਯਾਬ ਆ, ਆਮ ਆਦਮੀ ਪਾਰਟੀ ਉੱਥੇ ਕਾਰਪੋਰੇਸ਼ਨ ਦੀਆਂ ਚੋਣਾਂ ਕਦੇ ਕਿਉਂ ਨਹੀਂ ਜਿੱਤੀ ਜੇ ਇੰਨਾ ਗਰਾਊਂਡ ਤੇ ਕੰਮ ਕੀਤਾ ਹੋਇਆ? ਆਮ ਆਦਮੀ ਪਾਰਟੀ ਧਰਮ ਦੀ ਸਿਆਸਤ ਕਰਦੀ? ਬਿਲਕੁਲ ਨਹੀਂ ਕਰਦੀ। ਇੱਕ ਆਮ ਆਦਮੀ ਪਾਰਟੀ ਆ ਜਿਹੜੀ ਧਰਮ ਦੀ ਊਚ ਨੀਚ ਦੀ ਕਲਾਸਾਂ ਦੇ ਵਿੱਚ ਵੰਡਣ ਦੀ ਲੋਕਾਂ ਨੂੰ ਸਿਆਸਤ ਨਹੀਂ ਕਰਦੀ। ਡਾਕਟਰ ਗਾਂਧੀ ਨੇ ਤੁਹਾਡੀ ਪਾਰਟੀ ਦੇ ਸੰਸਦ ਰਹੇ ਨੇ ਉਹ, ਤੇ ਉਹਨਾਂ ਨੇ ਸਵਾਲ ਚੱਕਿਆ ਸੀ ਕਿ ਆਮ ਆਦਮੀ ਪਾਰਟੀ ਨੇ ਸਿਰਫ ਹਿੰਦੂ ਬੈਲਟ ਦੇ ਵਿੱਚ ਹੀ ਤਿਰੰਗਾ ਜਿਹੜੀ ਯਾਤਰਾ ਕੀਤੀ। ਮੈਂ ਗਾਂਧੀ ਤੇ ਕੋਈ ਸਵਾਲ ਨਹੀਂ ਚੁੱਕਣਾ ਚਾਹੁੰਦੀ। ਉਹ ਤੁਹਾਡੇ ਤੇ ਸਵਾਲ ਚੁੱਕ ਰਹੇ ਨੇ। ਸ਼ਾਂਤੀ ਮਾਰਚ ਕੀਤੇ ਗਏ, ਉਹਨੂੰ ਲੱਗਦਾ ਪੰਜਾਬ ਦੇ ਵਿੱਚ ਸ਼ਾਂਤੀ ਆ ਜਾਂ ਸ਼ਾਂਤੀ ਭੰਗ ਹੋ ਰਹੀ ਹੈ ਪੰਜਾਬ ਦੀ? ਵਿਧਾਨ ਸਭਾ ਚੋਣਾਂ 2017 ਦੇ ਵਿੱਚ ਆਮ ਆਦਮੀ ਪਾਰਟੀ ਨੂੰ ਮਾਲਵੇ 'ਚ ਭਰਪੂਰ ਹੁੰਗਾਰਾ ਮਿਲਿਆ, ਪਰ ਜੇ ਗੱਲ ਕਰਦੇ ਹਾਂ ਦੁਆਬੇ ਦੀ ਤੇ ਮਾਝੇ ਦੀ ਤਾਂ ਆਮ ਆਦਮੀ ਪਾਰਟੀ ਪੂਰੀ ਤਰ੍ਹਾਂ ਸਾਫ਼ ਹੋ ਜਾਂਦੀ ਆ। ਪਰ ਇਸ ਵਾਰ ਕਿਹਾ ਜਾ ਰਿਹਾ ਆਮ ਆਦਮੀ ਪਾਰਟੀ ਦਾ ਦਾਵਾ ਕਿ ਹਾਲਾਤ ਮਾਝੇ ਤੇ ਦੁਆਬੇ ਦੇ ਵਿੱਚ ਵੀ ਬਦਲੇ ਹੋਏ ਨੇ। ਤਾਂ ਸਾਡੇ ਨਾਲ ਨੇ ਨਕੋਦਰ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਇੰਦਰਜੀਤ ਕੌਰ ਮਾਨ ਸਾਡੇ ਨਾਲ ਨੇ। ਗੱਲਬਾਤ ਕਰਾਂਗੇ ਕਿ ਦੁਆਬੇ ਦੇ ਵਿੱਚ ਖਾਸ ਕਰ ਉਹਨਾਂ ਦੀ ਸੀਟ ਤੇ ਆਮ ਆਦਮੀ ਪਾਰਟੀ ਦੀ ਇਸ ਵੇਲੇ ਕੀ ਪੋਜੀਸ਼ਨ ਆ। ਮੈਡਮ, ਜਿਸ ਤਰ੍ਹਾਂ 2017 ਦੇ ਵਿੱਚ ਅਸੀਂ ਦੇਖਿਆ ਮਾਝੇ ਤੇ ਦੁਆਬੇ ਨੇ ਆਮ ਆਦਮੀ ਪਾਰਟੀ ਨੂੰ ਬਿਲਕੁਲ ਰਿਸਪੌਂਸ ਨਹੀਂ ਦਿੱਤਾ, ਤੇ ਇਸ ਵਾਰ ਤੁਸੀਂ ਕਿਵੇਂ ਦੇਖਦੇ ਹੋ? ਸਭ ਤੋਂ ਪਹਿਲਾਂ ਅੱਖਰ ਟੀਵੀ ਦੇ ਸਾਰੇ ਹੀ ਦੇਖਣ ਵਾਲੇ ਤੇ ਤੁਹਾਡਾ ਇੱਥੇ ਪਹੁੰਚਣ ਤੇ ਬਹੁਤ ਸਵਾਗਤ ਤੇ ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਇਸ ਵਾਰ ਜਿਹੜਾ ਦੁਆਬਾ ਹੈਗਾ ਉਹ ਮਿਸਾਲ ਕਾਇਮ ਕਰੇਗਾ, ਕਿਉਂਕਿ ਹੁਣ ਜਿਹੜੀ ਗੱਲਬਾਤ ਰਹਿ ਗਈ ਆਮ ਆਦਮੀ ਪਾਰਟੀ ਦੀ ਉਹ ਮਾਝਾ ਮਾਲਵਾ ਦੁਆਬਾ ਨਹੀਂ ਹੈ। ਇਹ ਲੜਾਈ ਲੋਕ ਆਪ ਲੜ ਰਹੇ ਆ ਇਸ ਵੇਲੇ। ਜੇ ਕਹਿ ਦਈਏ ਕਿ ਵੀ ਦੋਨੋਂ ਰਵਾਇਤੀ ਪਾਰਟੀਆਂ ਨੂੰ ਪਿੱਛੇ ਛੱਡ ਕੇ ਲੋਕਾਂ ਨੇ ਆਮ ਆਦਮੀ ਪਾਰਟੀ ਬਣਾਉਣ ਦਾ ਜਿਹੜਾ ਸਰਕਾਰ ਬਣਾਉਣ ਦਾ ਉਹ ਮਨ ਬਣਾਇਆ ਹੋਇਆ ਔਰ ਹਰ ਇਨਸਾਨ ਜਿਹੜਾ ਆ ਉਹ ਖੁਦ ਆਪਣੀ ਲੜਾਈ ਲੜ ਰਿਹਾ। ਇਸ ਵਾਰ ਤੁਹਾਡਾ ਦਾਵਾ ਕਿੰਨੀਆਂ ਸੀਟਾਂ ਦਾ? ਕਿਉਂਕਿ ਪਿਛਲੀ ਵਾਰ ਤੁਹਾਡਾ ਦਾਵਾ 100 ਸੀਟਾਂ ਦਾ ਸੀ, ਆਈਆਂ ਸਿਰਫ 20। ਬੜਾ ਕੁਛ ਸਰਕਮਸਟੈਂਸਸ ਬੜੇ ਚੇਂਜ ਹੁੰਦੇ ਆ, ਦਾਅਵੇ ਬੜੇ ਹੁੰਦੇ ਆ। ਆਪਾਂ ਤਾਂ ਇਹ ਸਮਝਦੇ ਆ ਕਿ ਅਸੀਂ ਜਿਹੜੀ ਸਰਕਾਰ ਆ ਉਹ ਮੈਜੋਰਟੀ ਦੇ ਨਾਲ ਆਪਣੀ ਇਕੱਲੇ ਹੋਂਦ ਦੇ ਵਿੱਚ ਲੈ ਕੇ ਆਵਾਂਗੇ। ਅੱਛਾ, ਤੇ ਦੂਜਾ ਸੀਐਮ ਫੇਸ ਆਮ ਆਦਮੀ ਪਾਰਟੀ ਨੇ ਬਹੁਤ ਲੇਟ ਦਿੱਤਾ ਤੇ ਹੁਣ ਵਿਰੋਧੀ ਆਖ ਰਹੇ ਨੇ ਕਿ ਭਗਵੰਤ ਮਾਨ ਦਿੱਤੇ ਗਏ ਨੇ ਉਹ ਸਿਰਫ ਇੱਕ ਅੱਗੇ ਕੀਤੇ ਗਏ ਨੇ ਰਬੜ ਸਟੈਂਪ ਨੇ ਤੇ ਰਾਜ ਦਿੱਲੀ ਵਾਲੇ ਨੇ ਹੀ ਆ ਕੇ ਕਰਨਾ। ਇਹ ਪੰਜਾਬ ਵਾਲਿਆਂ ਨੂੰ ਇਹ ਗੱਲ ਜਿਹੜੀ ਨਾ ਸ਼ੋਭਾ ਨਹੀਂ ਦਿੰਦੀ। ਇਹ ਬੜੀ ਹੇਠਲੇ ਪੱਧਰ ਦੀ ਰਾਜਨੀਤੀ ਆ, ਕਿਉਂਕਿ ਪੰਜਾਬੀ ਦੁਨੀਆ ਤੇ ਰਾਜ ਕਰਨਾ ਜਾਣਦੇ ਆ ਔਰ ਦਿੱਲੀ ਤੇ ਰਾਜ ਵੀ ਕਰਦੇ ਰਹੇ ਆ। ਤੇ ਫਿਰ ਸਾਡੇ ਕੋਲ ਆਪਣੇ ਕੋਲ ਰਾਜ ਨਹੀਂ ਹੁੰਦਾ। ਭਗਵੰਤ ਮਾਨ ਉਹ ਇਨਸਾਨ ਆ ਜਿਹਨੇ ਪੰਜਾਬ ਦੇ ਸੰਸਦ ਦੇ ਵਿੱਚ ਸਭ ਤੋਂ ਵੱਧ ਤੇ ਬੜੀ ਸਰਗਰਮੀ ਦੇ ਨਾਲ ਜਿਹੜੇ ਉਹ ਮੁੱਦੇ ਉਠਾਏ ਆ। ਅੱਜ ਤੱਕ ਬੋਲਣ ਵਾਲਾ ਜਿਹੜਾ ਹਰ ਪਾਰਟੀ ਦੇ ਖਿਲਾਫ ਹਰ ਤਾਕਤ ਦੇ ਖਿਲਾਫ ਬੋਲਣ ਵਾਲਾ ਕੱਲਾ ਭਗਵੰਤ ਮਾਨ ਆ ਔਰ ਇਹ ਗੱਲ ਜਿਹੜੀ ਸਿਰਫ ਤੇ ਸਿਰਫ ਇਹਨਾਂ ਦੇ ਹੋਛੇਪਨ ਦਾ ਤੇ ਬੁਖਲਾਈਆਂ ਪਈਆਂ ਦੋਨੋਂ ਪਾਰਟੀਆਂ ਉਹਨਾਂ ਦਾ ਨਤੀਜਾ ਹੈ ਜੀ। ਮੈਂ ਸੁਖਪਾਲ ਸਿੰਘ ਖੈਰਾ ਨੂੰ ਸੁਣ ਰਿਹਾ ਸੀ ਪਿਛਲੇ ਦਿਨੀ ਉਹ ਆ ਕੇ ਜਦੋਂ ਜੇਲ੍ਹ ਤੋਂ ਬਾਹਰ ਆਏ ਨੇ ਬੋਲੇ ਨੇ ਹਲਕੇ 'ਚ, ਤਾਂ ਉਹ ਸ਼ਬਦ ਮੈਂ ਨਹੀਂ ਬੋਲ ਸਕਦਾ ਹੈ ਨਾ ਸਕਰੀਨ ਤੇ ਜੋ ਖੈਰਾ ਨੇ ਬੋਲੇ ਕਿ ਸਾਡੇ ਤੇ ਉਹ ਲੋਕ ਆ ਕੇ ਰਾਜ ਕਰਨਗੇ।
ਖਹਿਰੇ ਨੇ ਹੁਣ ਤੱਕ ਆਪਣੀ ਮਿੱਟੀ ਬੋਲ ਬੋਲ ਕੇ ਹੀ ਪਟਾਈ ਆ। ਜੇ ਕੁਝ ਹਾਸਲ ਕੀਤਾ ਤਾਂ ਦੱਸੇ। ਉਹਨੂੰ ਸਿਰਫ ਬੋਲਣਾ ਆਉਂਦਾ, ਔਰ ਜਿਸ ਤਰੀਕੇ ਨਾਲ ਉਹ ਬੋਲਦਾ, ਜਿਹੋ ਜੀ ਭਾਸ਼ਾ ਉਹ ਇਸਤੇਮਾਲ ਕਰਦਾ ਆ, ਉਹ ਤਾਂ ਵੈਸੇ ਹੀ ਸ਼ੋਭਾ ਨਹੀਂ ਦਿੰਦੀ ਕਿ ਮੈਂ ਆਪਣੇ ਆਪ ਨੂੰ ਇਹ ਬੜੇ ਸੱਭਿਅਕ ਕਹਾਉਂਦੇ ਆ। ਸੱਭਿਅਕ ਕਹਾਉਣ ਵਾਲੇ ਇਹ ਇਨਸਾਨ ਜਿਹੜੇ ਇਨਸਾਨ ਦੀ ਕਦਰ ਨਹੀਂ ਕਰਨਾ ਜਾਣਦੇ, ਇਹ ਰਾਜ ਕੀ ਕਰਨਗੇ। ਅੱਛਾ, ਜੇ ਮੈਂ ਆਮ ਆਦਮੀ ਪਾਰਟੀ ਪੰਜਾਬ ਦੇ ਵਿੱਚ, ਮੈਂ ਤੁਹਾਨੂੰ ਮੰਨ ਲੈਣਾ, ਮਹਿਲਾਵਾਂ ਦੀ ਬਹੁਤ ਗੱਲਬਾਤ ਕੀਤੀ ਜਾਂਦੀ ਹੈ, ਤੇ ਔਰਤਾਂ ਦੇ ਲਈ ਆਮ ਆਦਮੀ ਪਾਰਟੀ ਦਾ ਖਾਸ ਕਰਕੇ ਕੀ ਕਰੇਗੀ? ਸਭ ਤੋਂ ਪਹਿਲਾਂ ਆਮ ਆਦਮੀ ਪਾਰਟੀ ਔਰਤਾਂ ਦੀ ਸੋਸ਼ਲ ਸਿਕਿਉਰਿਟੀ ਦੀ ਗਰੰਟੀ ਦੇ ਚੁੱਕੀ ਹੈ। ਉਸ ਤੋਂ ਅੱਗੇ ਉਹਨਾਂ ਦੀ ਹੋਰ ਜਿਹੜੀ, ਜਿਵੇਂ ਰੱਖਿਆ ਉਹਨਾਂ ਨੇ ਦਿੱਲੀ ਦੇ ਵਿੱਚ 4.5 ਲੱਖ ਕੈਮਰਾ ਲਗਾ ਰੱਖਿਆ, ਉਹਦੇ ਵਿੱਚ ਔਰਤਾਂ ਬਿਲਕੁਲ ਆਪਣੇ ਆਪ ਨੂੰ ਸੁਰੱਖਿਅਤ ਮਹਿਸੂਸ ਕਰਦੀਆਂ। ਇਹੋ ਜਿਹੀ ਪਾਲਿਸੀ ਸਾਰੀ ਪੰਜਾਬ ਦੇ ਵਿੱਚ ਆਏਗੀ। ਇਦਾਂ ਹੀ ਬੱਸਾਂ ਦੇ ਵਿੱਚ ਔਰਤਾਂ ਦੀ ਸਾਰੀ ਸਿਕਿਉਰਿਟੀ ਦਾ ਇੰਤਜ਼ਾਮ ਕੀਤੇ ਜਾਣਗੇ, ਔਰ ਉਹਨੂੰ ਆਰਥਿਕ ਪੱਖ ਤੋਂ ਉੱਪਰ ਚੁੱਕਣ ਵਾਸਤੇ ਅਸੀਂ ਜਦੋਂ ਜਿੱਤ ਕੇ ਵਿਧਾਨ ਸਭਾ ਦੇ ਵਿੱਚ ਜਾਵਾਂਗੇ ਤੇ ਪਾਰਟੀ ਆਪਣੀ ਪਾਲਿਸੀ ਬਣਾਏਗੀ, ਤਾਂ ਅਸੀਂ ਔਰਤਾਂ ਨੂੰ ਜਿਵੇਂ ਦੀ ਉਹਨਾਂ ਦੀ ਸਰਗਰਮੀ ਆ ਔਰ ਜਿਵੇਂ ਦਾ ਉਹਨਾਂ ਦਾ ਹੱਕ ਬਣਦਾ, ਉਹਨਾਂ ਨੂੰ ਬਰਾਬਰ ਦੇ ਹੱਕ ਜਿਹੜੇ ਨਾ ਆਮ ਆਦਮੀ ਪਾਰਟੀ ਪ੍ਰੋਵਾਈਡ ਕਰਵਾਏਗੀ ਹਰ ਹਾਲਤ 'ਚ। ਜੀ, ਜਿਹੜੀ 1000 ਰੁਪਏ ਪ੍ਰਤੀ ਮਹੀਨਾ ਜਿਹਨੂੰ ਆਮ ਆਦਮੀ ਪਾਰਟੀ ਸੋਸ਼ਲ ਸਿਕਿਉਰਿਟੀ ਆਖ ਰਹੀ ਹੈ, ਉਹ ਇਹੀ ਸਵਾਲ ਚੁੱਕਿਆ ਜਾ ਰਿਹਾ ਆਮ ਆਦਮੀ ਪਾਰਟੀ ਕਿ ਦਿੱਲੀ ਦੇ ਵਿੱਚ ਕਿੰਨੇ ਸਾਲ ਤੋਂ ਸਰਕਾਰ ਚੱਲ ਰਹੀ ਆ, ਤੇ ਦਿੱਲੀ ਦੇ ਵਿੱਚ ਉਹ ਸੋਸ਼ਲ ਸਿਕਿਉਰਿਟੀ ਕਿੱਥੇ ਆ ਔਰਤਾਂ ਦੀ? ਸਹੀ ਮਾਇਨੇ ਦੇ ਵਿੱਚ ਦਿੱਲੀ ਦੇ ਵਿੱਚ ਕੇਜਰੀਵਾਲ ਸਾਹਿਬ ਨੂੰ ਕੰਮ ਕਰਨ ਦਾ ਹਜੇ ਮੌਕਾ ਹੀ ਕਿੰਨਾ ਮਿਲਿਆ। ਮੇਰੇ ਖਿਆਲ ਦੇ ਵਿੱਚ ਜਿੰਨਾ ਵੀ ਇਹ ਦਿੱਲੀ ਨੂੰ ਹਰ ਫੀਲਡ ਦੇ ਵਿੱਚ ਉੱਪਰ ਚੱਕਿਆ ਗਿਆ, ਖਾਸ ਕਰਕੇ ਐਜੂਕੇਸ਼ਨ ਤੇ ਹੈਲਥ, ਉਹਦੇ ਵਿੱਚ ਮਸੀ 2.5 ਸਾਲ ਦਾ ਸਮਾਂ ਮਿਲਿਆ। ਪਹਿਲਾਂ ਮਜੀਠੀਏ ਨੇ ਮਾਨਹਾਨੀ ਦਾ ਦਾਵਾ, ਫਿਰ ਕੇਂਦਰ ਨੇ ਕੰਮ ਨਹੀਂ ਕਰਨ ਦਿੱਤਾ ਗਿਆ, ਔਰ 2.5 ਸਾਲ ਦੇ ਵਿੱਚ ਏਡੀਆਂ ਵੱਡੀਆਂ ਪ੍ਰਾਪਤੀਆਂ ਕੀਤੀਆਂ ਨੇ। ਸੋਸ਼ਲ ਸਿਕਿਉਰਿਟੀ ਦਿੱਲੀ ਦੇ ਵਿੱਚ ਹੋਰ ਵੱਡੀ, ਦਿੱਲੀ ਦਾ ਤੇ ਪੰਜਾਬ ਇੱਕ ਅਲੱਗ ਸਟੇਟ, ਦਿੱਲੀ 'ਚ ਹੋਰ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਔਰਤਾਂ ਨੂੰ, ਕਿਉਂਕਿ ਇੱਕ ਜਗ੍ਹਾ ਤੇ ਵਸਿਆ ਹੋਇਆ ਸੂਬਾ, ਆਪਾਂ ਪਿੰਡਾਂ 'ਚ ਵਸਦੇ ਆ, ਦਿੱਲੀ ਦੀ ਪੋਪੂਲੇਸ਼ਨ ਹੋਰ ਤਰੀਕੇ ਦੀ ਆ, ਉੱਥੇ ਹੋਰ ਬੜੀਆਂ ਸਹੂਲਤਾਂ ਨੇ ਜਿਹੜੀਆਂ ਦਿੱਤੀਆਂ ਗਈਆਂ। ਆਉਣ ਵਾਲੇ ਸਮੇਂ ਦੇ ਵਿੱਚ ਦਰਜਾ ਬਦਰਜਾ ਇਹ ਵੀ ਸਹੂਲਤ ਕੇਜਰੀਵਾਲ ਸਾਹਿਬ ਦੇਣਗੇ, ਹਰ ਹਾਲਤ 'ਚ ਦੇਣਗੇ। ਸਾਰੇ ਕੰਮ ਸਟੈਪ ਬਾਈ ਸਟੈਪ ਹੁੰਦੇ ਨੇ ਨਾ, ਸਮਾਂ ਚਾਹੀਦਾ ਹੁੰਦਾ, ਸਮੇਂ ਦੇ ਮੁਤਾਬਕ ਉੱਥੇ ਵੀ ਹੋਏਗਾ ਇਹ ਸਭ ਕੁਝ। ਅੱਛਾ, ਤੇ ਦੂਜਾ ਇਹ ਆ ਕਿ ਜਿਸ ਤਰ੍ਹਾਂ ਮੈਂ ਤੁਹਾਨੂੰ ਪਿਛਲੇ ਦਿਨੀ ਸੁਣਿਆ ਕਿ ਤੁਸੀਂ ਆਖਿਆ ਸੀ ਕਿ ਕਿਸਾਨਾਂ ਦੀ ਜਿਹੜੀ ਪਾਰਟੀ ਆ ਉਹ ਸਿਰਫ ਤੇ ਸਿਰਫ ਆਮ ਆਦਮੀ ਪਾਰਟੀ ਦੀਆਂ ਵੋਟਾਂ ਤੋੜਨ ਦੇ ਲਈ ਕਿਸਾਨ ਖੜੇ ਕੀਤੇ ਗਏ ਨੇ। ਤੁਹਾਨੂੰ ਸੁਣ ਰਿਹਾ ਸੀ ਮੈਂ, ਤੁਹਾਡੀ ਸਟੇਟਮੈਂਟ ਹੈ ਔਨ ਰਿਕਾਰਡ। ਬਿਲਕੁਲ, ਇਹਦੇ ਵਿੱਚ ਕੋਈ, ਮੈਂ ਇਸ ਗੱਲ ਤੋਂ ਪਿੱਛੇ ਵੀ ਨਹੀਂ ਹਟਦੀ, ਔਰ ਇਹ ਬਿਲਕੁਲ ਠੀਕ ਗੱਲ ਆ, ਕਿਉਂਕਿ ਪੰਜਾਬ ਨੇ ਖੇਤੀਬਾੜੀ ਕਾਨੂੰਨਾਂ ਨੂੰ ਵਾਪਸ ਕਰਵਾਉਣ ਦੇ ਵਿੱਚ ਮੋਹਰੀ ਭੂਮਿਕਾ ਨਿਭਾਈ, ਔਰ ਪੰਜਾਬ ਦੇ ਲੋਕਾਂ ਨੇ ਇੱਕ ਐਸਾ ਪਾਵਰ ਗਰੁੱਪ ਕਾਇਮ ਕੀਤਾ ਸੰਯੁਕਤ ਮੋਰਚੇ ਦੇ ਨਾਂ ਤੇ, ਜਿਹਦੇ ਵਿੱਚ ਸੰਯੁਕਤ ਮੋਰਚੇ ਦੇ ਲੀਡਰ ਜਿਹੜੇ ਨੇ, ਉਹਨਾਂ ਨੂੰ ਪਹਿਲੀ ਵਾਰੀ ਆਪਣਾ ਪੋਟੈਂਸ਼ੀਅਲ, ਆਪਣੀ ਤਾਕਤ ਦਿਖਾਉਣ ਦਾ ਮੌਕਾ ਮਿਲਿਆ, ਔਰ ਉਹਨਾਂ ਨੇ ਦਿਖਾਈ। ਪਰ ਜਿਵੇਂ ਹੀ ਜਿੱਤ ਕੇ ਵਾਪਸ ਅਸੀਂ ਆਏ ਆ, ਇਹਦਾ ਸਿਹਰਾ ਤਾਂ ਪੰਜਾਬ ਨੂੰ ਜਾਂਦਾ, ਹਰਿਆਣੇ ਨੂੰ ਜਾਂਦਾ, ਕਿ ਵੀ ਇਸ ਮੂਵਮੈਂਟ ਨੂੰ ਸਿਰੇ ਲਾਉਣ ਦੇ ਵਿੱਚ ਪੰਜਾਬ ਦਾ ਮੁੱਖ ਹਿੱਸਾ ਉਹ ਪੰਜਾਬ ਦੇ ਲੋਕਾਂ ਦੀ ਇੱਕ ਤਾਕਤ ਸੀ, ਜਿਹਨੂੰ ਜਿਹੜੀ ਸੰਯੁਕਤ ਮੋਰਚੇ ਨੂੰ ਤੋੜ ਕੇ ਉਹਦੇ ਵਿੱਚੋਂ ਇੱਕ ਪਾਰਟੀ ਬਣਾਈ ਗਈ ਆ। ਇਹ ਸਿਰਫ ਤੇ ਸਿਰਫ ਜਾਂ ਬੀਜੇਪੀ ਕਹਿ ਲਓ, ਜਾਂ ਇਹ ਸਾਜ਼ਿਸ਼ੀ ਤਾਕਤਾਂ ਜਿਹੜੀਆਂ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਨੂੰ ਦੇਖਣਾ ਨਹੀਂ ਚਾਹੁੰਦੀਆਂ, ਇਹ ਉਸੇ ਦਾ ਹੀ ਨਤੀਜਾ ਹੈ। ਅੱਛਾ, ਆਮ ਆਦਮੀ ਪਾਰਟੀ ਧਰਮ ਦੀ ਸਿਆਸਤ ਕਰਦੀ ਹੈ? ਬਿਲਕੁਲ ਨਹੀਂ ਕਰਦੀ। ਇੱਕ ਆਮ ਆਦਮੀ ਪਾਰਟੀ ਆ ਜਿਹੜੀ ਧਰਮ ਦੀ ਊਚ ਨੀਚ ਦੀ, ਕਲਾਸਾਂ ਦੇ ਵਿੱਚ ਵੰਡਣ ਦੀ ਲੋਕਾਂ ਨੂੰ ਸਿਆਸਤ ਨਹੀਂ ਕਰਦੀ। ਤੁਸੀਂ ਹੈਰਾਨ ਹੋਵੋਗੇ ਕਿ ਜਦੋਂ ਅਸੀਂ ਪਿੰਡਾਂ 'ਚ ਜਾਂਦੇ ਆ, ਸਾਰੀਆਂ ਪਾਰਟੀਆਂ ਦੇ ਲੋਕ ਇਕੱਠੇ, ਸਾਰੇ ਧਰਮਾਂ ਦੇ ਲੋਕ ਇਕੱਠੇ ਹੋ ਕੇ ਇੱਕ, ਮੈਨੂੰ ਜਿਹੜਾ ਸਭ ਤੋਂ ਵੱਧ ਆਮ ਆਦਮੀ ਪਾਰਟੀ ਦਾ ਜਿਹੜਾ ਨਿਕਲ ਕੇ ਇਹਨਾਂ ਇਲੈਕਸ਼ਨਸ ਦੇ ਵਿੱਚ ਸਾਹਮਣੇ ਚੀਜ਼ ਆਉਣੀ ਹੈ, ਜਿਹਨੂੰ ਮੈਂ ਆਪਣੇ ਦਿਲ ਦੀਆਂ ਗਹਿਰਾਈਆਂ ਤੋਂ ਵੀ, ਤੇ ਮੈਂ ਇੱਕ ਇਮੋਸ਼ਨਲੀ ਇਹ ਚੀਜ਼ ਦੇਖਦੀ ਹਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਜਿਹੜਾ ਪਿੰਡਾਂ ਦੇ ਵਿੱਚ ਧੜੇਬੰਦੀਆਂ ਨੇ, ਲੋਕਾਂ ਦੇ ਵਿੱਚ ਊਚ ਨੀਚ ਦੀਆਂ ਚੀਜ਼ਾਂ ਨੇ, ਉਹ ਖਤਮ ਹੋਣ ਵਾਲੀਆਂ, ਔਰ ਇੱਕ ਨਵੇਂ ਯੁੱਗ ਦੀ ਸ਼ੁਰੂਆਤ ਹੋਣ ਵਾਲੀ ਹੈ। ਪਰ ਸਵਾਲ ਇਹ ਚੱਕੇ ਜਾ ਰਹੇ ਸੀ, ਡਾਕਟਰ ਗਾਂਧੀ ਨੇ, ਤੁਹਾਡੀ ਪਾਰਟੀ ਦੇ ਸੰਸਦ ਰਹੇ ਨੇ ਉਹ, ਤੇ ਉਹਨਾਂ ਨੇ ਸਵਾਲ ਚੱਕਿਆ ਸੀ ਕਿ ਆਮ ਆਦਮੀ ਪਾਰਟੀ ਨੇ ਸਿਰਫ ਹਿੰਦੂ ਬੈਲਟ ਦੇ ਵਿੱਚ ਹੀ ਤਿਰੰਗਾ ਜਿਹੜੀ ਯਾਤਰਾ ਕੀਤੀ ਹੈ। ਬਿਲਕੁਲ, ਦੇਖੋ, ਮੈਂ ਗਾਂਧੀ ਤੇ ਕੋਈ ਸਵਾਲ ਨਹੀਂ ਚੁੱਕਣਾ ਚਾਹੁੰਦੀ। ਉਹ ਤੁਹਾਡੇ ਤੇ ਸਵਾਲ ਚੁੱਕ ਰਹੇ ਨੇ। ਕੋਈ ਗੱਲ ਨਹੀਂ ਜੀ, ਜੇ ਇੰਟੈਲੈਕਚੁਅਲ ਬੰਦੇ ਨੇ, ਹੋ ਸਕਦਾ ਉਹਨਾਂ ਦੀ ਸੋਚ, ਉਹਨਾਂ ਦਾ ਆਪਣਾ ਮਾਈਂਡ ਸੈਟ ਹੈ ਕਿ ਉਹਨਾਂ ਦੀ ਇਹ ਸੋਚ ਹੋਵੇ, ਐਸੀ ਕੋਈ ਗੱਲ ਨਹੀਂ ਹੈ। ਇਹ ਸਿਰਫ ਤੇ ਸਿਰਫ ਲੋਕਾਂ ਦਾ ਮੋਰਲ ਜਿਹੜਾ ਉਹਨੂੰ ਬੂਸਟ ਕਰਨ ਵਾਸਤੇ ਇਹ ਸੀਗੀਆਂ, ਕਿ ਕੁਝ ਏਰੀਆਜ਼ ਨੂੰ, ਕਿ ਇਹਨਾਂ ਦੇ ਵਿੱਚ ਲੋਕਾਂ ਨੂੰ ਜਗਾਉਣ ਵਾਸਤੇ, ਰਾਸ਼ਟਰ ਦੀ ਭਾਵਨਾ ਪੈਦਾ ਕਰਨ ਵਾਸਤੇ ਕੀਤੇ ਗਏ। ਸਭ ਦਾ ਆਪਣਾ ਮਾਈਂਡ ਸੈਟ ਹੈ, ਕੋਈ ਵੀ ਸੋਚ ਸਕਦਾ। ਅੱਛਾ, ਸ਼ਾਂਤੀ ਮਾਰਚ ਕੀਤੇ ਗਏ, ਤੁਹਾਨੂੰ ਲੱਗਦਾ ਪੰਜਾਬ ਦੇ ਵਿੱਚ ਅਸ਼ਾਂਤੀ ਆ ਜਾਂ ਸ਼ਾਂਤੀ ਭੰਗ ਹੋ ਰਹੀ ਹੈ ਪੰਜਾਬ ਦੀ?
ਮੈਂ ਤੁਹਾਨੂੰ ਪਹਿਲਾਂ ਵੀ ਕਹਿ ਚੁੱਕੀ ਕਿ ਇੱਕ ਰਾਸ਼ਟਰੀ ਭਾਵਨਾ ਜਿਹੜੀ ਆ ਉਹ ਪਿਛਲੇ ਸਮੇਂ ਦੇ ਵਿੱਚ ਆਪਾਂ ਦੇਖ ਹੀ ਰਹੇ ਹਾਂ ਕਿ ਪਾਰਟੀਆਂ ਨੇ ਇਸ ਪੱਧਰ ਤੱਕ ਨੁਕਸਾਨ ਕਰ ਦਿੱਤਾ ਸਾਡੀਆਂ ਭਾਵਨਾਵਾਂ ਦਾ ਕਿ ਵਾਕਿਆ ਹੀ ਇੱਕ ਕਿਸਮ ਦਾ ਕੁਛ ਨਾ ਕੁਛ ਸਾਡੇ ਵਿੱਚ ਸੈਲਫਿਸ਼ਨੈਸ ਆ ਜਾਂਦੀ ਆ। ਜਦੋਂ ਤੁਸੀਂ ਦੇਖੋ, ਜਦੋਂ ਅਸੀਂ ਤਿਰੰਗੇ ਨੂੰ ਦੇਖਦੇ ਆ ਤੇ ਇੱਕ ਵਾਰੀ ਤਾਂ ਸਭ ਕੁਝ ਭੁੱਲ ਜਾਂਦੇ ਨਾ ਕਿ ਅਸੀਂ ਕਿਹੜੀ ਜਾਤ ਨੂੰ ਸੰਬੰਧ ਰੱਖਦੇ ਹਾਂ, ਅਸੀਂ ਕਿਹੜੀ ਪਾਰਟੀ ਨੂੰ ਸੰਬੰਧ ਰੱਖਦੇ ਹਾਂ। ਔਰ ਉਹ ਸਿਰਫ ਤੇ ਸਿਰਫ ਇੱਕ ਰਾਸ਼ਟਰੀ ਭਾਵਨਾ ਨੂੰ ਬੂਸਟ ਕਰਨ ਵਾਸਤੇ ਦੁਬਾਰਾ ਲੋਕਾਂ ਨੂੰ ਇੱਕ ਪਵਿੱਤਰ ਸੋਲ ਦੇ ਵਿੱਚ ਲੋਕ ਬਦਲ ਜਾਂਦੇ ਜਦੋਂ ਤਿਰੰਗੇ ਨੂੰ ਦੇਖਦੇ ਆ। ਹੋਰ ਇਹਦਾ ਇਸ ਤੋਂ ਵੱਧ ਕੋਈ ਮਤਲਬ ਨਹੀਂ। ਅੱਛਾ, ਇੱਕ ਜਦੋਂ ਆਮ ਆਦਮੀ ਪਾਰਟੀ ਹਮੇਸ਼ਾ ਦਿੱਲੀ ਮਾਡਲ ਦੀ ਗੱਲ ਕਰਦੀ ਹੈ ਤਾਂ ਜਵਾਬ ਆਮ ਆਦਮੀ ਪਾਰਟੀ ਨੂੰ ਇਹ ਹੁੰਦਾ ਕਿ ਪੰਜਾਬ ਦੇ ਜਿਹੜੇ ਯੂਥ ਆ ਉਹ ਦਿੱਲੀ ਤਾਂ ਜਾ ਹੀ ਨਹੀਂ ਰਿਹਾ, ਉਹ ਤਾਂ ਕੈਨੇਡਾ ਜਾ ਰਿਹਾ। ਤਾਂ ਫਿਰ ਦਿੱਲੀ ਮਾਡਲ ਪੰਜਾਬ ਦੇ ਵਿੱਚ ਲਾਗੂ ਕਰਕੇ ਪੰਜਾਬ ਦਾ ਕੀ ਫਾਇਦਾ ਹੋਏਗਾ? ਦਿੱਲੀ ਮਾਡਲ ਦਾ ਮਕਸਦ ਪੰਜਾਬ ਦੇ ਵਿੱਚ ਲਾਗੂ ਹੋਣਾ ਕਿਉਂ ਜਾ ਰਿਹਾ ਪੰਜਾਬ ਦਾ ਨੌਜਵਾਨ ਬਾਹਰ? ਕਿਉਂਕਿ ਉਹਨੂੰ ਇੱਥੇ ਉਹਦੀ ਲਾਈਫ ਦੀ ਸਿਕਿਉਰਿਟੀ ਕੋਈ ਨਹੀਂ, ਉਹਦੇ ਫਿਊਚਰ ਦੀ ਸਿਕਿਉਰਿਟੀ ਕੋਈ ਨਹੀਂ, ਉਹਦਾ ਐਜੂਕੇਸ਼ਨ ਦਾ ਲੈਵਲ ਉਹ ਨਹੀਂ ਹੈ, ਇੱਥੇ ਰੋਜ਼ਗਾਰ ਦੇ ਕੋਈ ਸਾਧਨ ਨਹੀਂ। ਔਰ ਜਿਹੜੀ ਤੁਸੀਂ ਦੇਖਦੇ ਹੋ ਕਿ ਲਾਅ ਐਂਡ ਆਰਡਰ ਪੰਜਾਬ ਦੇ ਵਿੱਚ ਉਹ ਗੱਲਾਂ ਰਹੀਆਂ ਨਹੀਂ, ਸ਼ਰੇਆਮ ਗੋਲੀਆਂ ਚੱਲ ਜਾਂਦੀਆਂ, ਸ਼ਰੇਆਮ ਬੜਾ ਕੁਝ ਹੁੰਦਾ। ਉਹ ਸਾਰਾ ਕੁਝ ਜਿਹੜਾ ਆਮ ਆਦਮੀ ਪਾਰਟੀ ਲੈ ਕੇ ਆ ਰਹੀ ਆ ਕਿਉਂਕਿ ਉਹਨਾਂ ਨੇ ਕੀਤਾ, ਉਹ ਸਾਰਾ ਕੁਝ ਆਏਗਾ। ਨੌਜਵਾਨ ਆਪਣੇ ਆਪ ਉਹਨਾਂ ਦਾ ਮਨ ਹੋਏਗਾ ਕਿ ਅਸੀਂ ਚੰਗੇ ਸਕੂਲਾਂ ਦੇ ਵਿੱਚ ਪੜਾਂਗੇ, ਅਸੀਂ ਚੰਗੇ ਸਾਨੂੰ ਸਿਹਤ ਸਹੂਲਤਾਂ ਮਿਲਣਗੀਆਂ, ਰੋਜ਼ਗਾਰ ਵੀ ਆਏਗਾ। ਜਦੋਂ ਪੰਜਾਬ ਦਾ ਮਾਹੌਲ ਅੱਛਾ ਹੋਏਗਾ ਉਦੋਂ ਰੋਜ਼ਗਾਰ ਵੀ ਆਏਗਾ ਕਿਉਂਕਿ ਜਿਹੜੀਆਂ ਭ੍ਰਿਸ਼ਟਾਚਾਰ ਨੂੰ ਨੱਥ ਪਾਉਣ ਦੇ ਨਾਲ ਦੀ ਨਾਲ ਸਾਡੀ ਇੰਡਸਟਰੀ ਪੰਜਾਬ ਦੇ ਵਿੱਚ ਵਾਪਸ ਆਊਗੀ। ਜਦੋਂ ਉਹਨਾਂ ਨੂੰ ਚੰਗੀ ਤਰ੍ਹਾਂ ਨਾਲ ਡੀਲ ਕੀਤਾ ਜਾਊਗਾ, ਉਹਨਾਂ ਦੀਆਂ ਪ੍ਰੋਬਲਮਸ ਹੱਲ ਕੀਤੀਆਂ ਜਾਣਗੀਆਂ, ਅਸੀਂ ਇੰਡਸਟਰੀ ਨੂੰ ਬੂਸਟ ਕਰਾਂਗੇ, ਉਹਦੇ ਨਾਲ ਜਿਹੜਾ ਪੰਜਾਬ ਦਾ ਨੌਜਵਾਨ ਪੰਜਾਬ 'ਚ ਰਹੇਗਾ। ਕੋਈ ਜਾਣਾ ਨਹੀਂ ਚਾਹੁੰਦਾ ਪੰਜਾਬ 'ਚੋਂ, ਇਹ ਸਭ ਮਜਬੂਰੀਆਂ ਨੇ ਜਿਹਦੇ ਵਾਸਤੇ ਜਾਣਾ ਚਾਹੁੰਦੇ ਆ। ਦੇਖੋ ਆਪਣਾ ਜਿਹੋ ਜਿਹਾ ਕਲਚਰ ਹੋ ਗਿਆ, ਇੱਕ ਦੋ ਦੋ ਬੱਚੇ ਨੇ, 16-17 ਸਾਲ ਦੀ ਉਮਰ ਦੇ ਵਿੱਚ ਸਾਨੂੰ ਆਪਣੇ ਬੱਚੇ ਆਪਣੇ ਤੋਂ ਦੂਰ ਕਰਨਾ ਪੈਂਦਾ। ਇਹ ਕੋਈ ਛੋਟੀ ਗੱਲ ਹੈ? ਜੇ ਥੋੜੀ ਜਿਹੀ ਵੀ ਗੁੰਜਾਇਸ਼ ਸਾਨੂੰ ਮਿਲ ਜੂਗੀ ਤੇ ਪੰਜਾਬ ਦਾ ਨੌਜਵਾਨ ਇੱਥੋਂ ਮੁਲਕ 'ਚੋਂ ਪੈਰ ਨਹੀਂ ਚੱਕੇਗਾ। ਅੱਛਾ, ਜੇ ਦਿੱਲੀ ਮਾਡਲ ਇੰਨਾ ਕਾਮਯਾਬ ਆ, ਪਹਿਲੀ ਵਾਰ ਆਮ ਆਦਮੀ ਪਾਰਟੀ ਕਾਂਗਰਸ ਨਾਲ ਮਿਲ ਕੇ ਸਰਕਾਰ ਬਣਾਉਂਦੀ ਆ, ਦੂਜੀ ਵਾਰ ਤੀਜੀ ਵਾਰ ਬਹੁਮਤ ਦੇ ਨਾਲ, ਭਾਰੀ ਬਹੁਮਤ ਦੇ ਨਾਲ ਸਰਕਾਰ ਬਣਾਉਂਦੀ ਆ, ਪਰ ਜੇ ਦਿੱਲੀ ਮਾਡਲ ਇੰਨਾ ਕਾਮਯਾਬ ਆ, ਆਮ ਆਦਮੀ ਪਾਰਟੀ ਉੱਥੇ ਕਾਰਪੋਰੇਸ਼ਨ ਦੀਆਂ ਚੋਣਾਂ ਕਦੇ ਕਿਉਂ ਨਹੀਂ ਜਿੱਤੀ ਜੇ ਇੰਨਾ ਗਰਾਊਂਡ ਤੇ ਕੰਮ ਕੀਤਾ ਹੋਇਆ? ਦੇਖੋ ਬਹੁਤ ਸਾਰੀਆਂ ਸਿਚੁਏਸ਼ਨਸ ਹੁੰਦੀਆਂ, ਸਭ ਆਪਣੀ ਸਟੇਟ ਦੀਆਂ ਹੁੰਦੀਆਂ। ਸਟੇਟ ਉੱਥੇ ਦਿੱਲੀ ਜਿਹੜੀ ਉਹ ਹਾਫ ਸਟੇਟ ਆ, ਆਪਾਂ ਸਾਰੇ ਜਾਣਦੇ ਆ, ਬਹੁਤ ਸਾਰੀਆਂ ਚੀਜ਼ਾਂ ਸੈਂਟਰ ਦੇ ਅੰਡਰ ਆ। ਗੱਲ ਤੇ ਲੋਕਾਂ ਦੇ ਦਿਲ ਜਿੱਤਣ ਦੀ ਆ। ਜਿੱਥੇ ਅਸੀਂ ਰਾਜ ਕਰਦੇ ਆ ਉੱਥੇ ਲੋਕਾਂ ਦੇ ਦਿਲ ਜਿੱਤੇ ਹੋਏ ਨੇ, ਲੋਕ ਭਾਵਨਾਤਮਕ ਤੌਰ ਤੇ ਕੇਜਰੀਵਾਲ ਸਾਹਿਬ ਨਾਲ ਜੁੜੇ ਹੋਏ ਨੇ। ਔਰ ਇਦਾਂ ਦੀ ਭਾਵਨਾ ਜਿਹੜੀ ਆ ਉਹ ਅਸੀਂ ਪੰਜਾਬ ਦੇ ਵਿੱਚ ਪੈਦਾ ਕਰਨੀ ਚਾਹੁੰਦੇ ਆ ਕਿ ਲੋਕ ਸਾਡੇ ਨਾਲ ਇਮੋਸ਼ਨਲੀ ਜੁੜਨ, ਸਾਡੇ ਕੰਮਾਂ ਕਾਰਾਂ ਨਾਲ ਜੁੜਨ, ਸਾਨੂੰ ਪਿਆਰ ਕਰਨ, ਅਸੀਂ ਉਹਨਾਂ ਨੂੰ ਢੇਰ ਸਾਰਾ ਪਿਆਰ ਦਈਏ ਜਿਹੜਾ ਉਹ ਖਤਮ ਹੋ ਚੁੱਕਿਆ। ਤੇ ਇਲੈਕਸ਼ਨਾਂ ਤੇ ਹਜੇ ਸਮਾਂ ਹੀ ਕਿੰਨਾ ਹੋਇਆ, ਮੈਂ ਉਹੀ ਕਹਿਣਾ ਚਾਹੁੰਦੀ ਕਿ ਉਹਨਾਂ ਨੇ ਕੰਮ ਹੀ ਹਜੇ ਕਿੰਨਾ ਕੀਤਾ। ਅਜੇ ਤਾਂ ਸਿਰਫ ਪੂਰੀ ਕਨਸੈਂਟਰੇਸ਼ਨ ਉਹਨਾਂ ਦੀ ਲੋਕਾਂ ਨੂੰ ਸਿਹਤ ਹਰ ਤਰ੍ਹਾਂ ਦੀਆਂ ਸਹੂਲਤਾਂ ਦੇਣ ਤੇ ਆ। ਜਦੋਂ ਛੋਟੀਆਂ ਇਲੈਕਸ਼ਨ ਜਿੱਤਣ ਦੀ ਉਹਨਾਂ ਦੀ ਇਹ ਸਾਰੀਆਂ ਸਹੂਲਤਾਂ ਤੋਂ ਵਿਹਲੇ ਹੋ ਜਾਣਗੇ ਤੇ ਫਿਰ ਇਲੈਕਸ਼ਨਾਂ ਛੋਟੀਆਂ ਜਿੱਤਣ ਵੱਲ ਵੀ ਧਿਆਨ ਦੇ ਲੈਣਗੇ, ਉਹ ਵੀ ਜ਼ਰੂਰ ਜਿੱਤੀਆਂ ਜਾਣਗੀਆਂ। ਅੱਛਾ, ਮੈਂ ਤੁਹਾਡੇ ਬਾਰੇ ਵੀ ਸੁਣ ਰਿਹਾ ਸੀ, ਤੁਹਾਡੇ ਇਲਾਕੇ ਦੇ ਵਿੱਚ ਕਿ ਖਾਸ ਤੌਰ ਤੇ ਪੰਜਾਬ ਦੇ ਵਿੱਚ ਦੇਖਿਆ ਜਦੋਂ ਕੋਈ ਫੀਮੇਲ ਸਰਪੰਚ ਹੁੰਦੀ ਹੈ ਨਾ ਤਾਂ ਉਹ ਪਿੱਛੇ ਹੁੰਦੀ ਆ, ਘਰ ਵਾਲਾ ਸਰਪੰਚ ਹੀ ਕਰਦਾ, ਪਰ ਤੁਸੀਂ ਪੂਰਾ ਠੋਕ ਵਜਾ ਕੇ ਸਰਪੰਚੀ ਕੀਤੀ ਤੇ ਅੱਗੇ ਵੱਧ ਚੜ ਕੇ ਸਾਰੇ ਪਿੰਡ ਦੇ ਵਿੱਚ ਕੰਮ ਕੀਤੇ। ਤੇ ਹੁਣ ਜੇ ਤੁਸੀਂ ਐਮਐਲਏ ਬਣਦੇ ਹੋ, ਤੁਹਾਡਾ ਵਿਜ਼ਨ ਕੀ ਆ? ਹੋਪਾ ਕਿਉਂਕਿ ਜਿਸ ਤਰ੍ਹਾਂ ਤੁਸੀਂ ਸਰਪੰਚੀ ਕੀਤੀ ਉਸੇ ਤਰ੍ਹਾਂ ਤੁਸੀਂ ਐਮਐਲਏਸ਼ਿਪ ਵੀ ਉਸੇ ਤਰ੍ਹਾਂ ਕਰੋਗੇ, ਪਰ ਤੁਹਾਡੇ ਏਰੀਏ ਦੇ ਲਈ, ਤੁਹਾਡੇ ਹਲਕੇ ਦੇ ਲਈ ਤੁਹਾਡਾ ਵਿਜ਼ਨ ਕੀ ਆ? ਦੇਖੋ ਹਲਕਾ ਸਾਡਾ ਨਾ ਡਿਵੈਲਪਮੈਂਟ ਪੱਖੋਂ ਬੜਾ ਦੁਆਬੇ ਦਾ ਇਹ ਐਨਆਰਆਈਜ਼ ਦੀ ਹੱਬ ਹੋਣ ਦੇ ਬਾਵਜੂਦ ਵੀ ਅਸੀਂ ਡਿਵੈਲਪਮੈਂਟ ਪੱਖੋਂ ਬੜੇ ਪਛੜੇ ਹੋਏ ਆ। ਔਰ ਚੰਗੇ ਸਕੂਲ ਸਾਡੇ ਕੋਲ ਨਹੀਂ ਹੈਗੇ ਦੁਆਬੇ ਦੇ ਵਿੱਚ। ਚੰਗੇ ਹਸਪਤਾਲਾਂ ਦਾ ਤਾਂ ਚਲੋ ਸਰਕਾਰਾਂ ਨੇ ਅਸੂਲ ਹੀ ਬਣਾ ਲਿਆ, ਪਹਿਲਾਂ ਸਰਕਾਰੀ ਸਕੂਲ ਬੰਦ ਕਰ ਦਿੱਤੇ ਛੋਟੇ ਛੋਟੇ ਪਿੰਡਾਂ ਦੇ। ਮੈਂ ਕੁਝ ਪਿੰਡਾਂ ਦੇ ਵਿੱਚ ਗਈ ਆ ਜਿੱਥੇ 600-700 ਦੀ ਆਬਾਦੀ, ਉਹਨਾਂ ਦਾ ਸਕੂਲ ਹੀ ਬੰਦ। ਮੈਨੂੰ ਦੱਸੋ ਉਹ ਬੱਚੇ ਲੈ ਕੇ ਆਪਣੇ ਕਿੱਥੇ ਜਾਣ? 5-4 ਕਿਲੋਮੀਟਰ ਤੇ ਜੇ ਕੋਈ ਸਕੂਲ ਆਉਂਦਾ ਤਾਂ ਫਿਰ ਉਹੀ ਸਰਕਾਰੀ ਸਕੂਲ ਕੋਲ ਡਿਸਪੈਂਸਰੀਆਂ ਬੰਦ ਕੀਤੀਆਂ। ਪਿਛਲੇ ਟਾਈਮ 'ਚ ਕੈਪਟਨ ਸਾਹਿਬ ਨੇ 450 ਡਿਸਪੈਂਸਰੀ ਬੰਦ ਕਰਕੇ ਉਹਨੂੰ ਡਾਕਟਰਾਂ ਨੂੰ ਵੱਡੇ ਸਿਵਲ ਹਸਪਤਾਲਾਂ 'ਚ ਮਰਜ ਕਰ ਦਿੱਤਾ। ਮੇਰੀ ਕਨਸੈਂਟਰੇਸ਼ਨ ਵੀ ਜਿਹੜੀ ਆ ਉਹ ਐਜੂਕੇਸ਼ਨ ਤੇ ਹੈਲਥ ਤੇ ਰਹੇਗੀ, ਜਿਵੇਂ ਮੈਂ ਆਪਣੇ ਪਿੰਡ ਦੇ ਵਿੱਚ ਕੀਤਾ। ਬਾਕੀ ਡਿਵੈਲਪਮੈਂਟਸ ਜਿਹੜੀਆਂ ਗਲੀਆਂ ਨਾਲੀਆਂ 70-75 ਸਾਲ ਦੀਆਂ ਬਣਾਈ ਜਾਂਦੇ ਹਜੇ ਤੱਕ ਕੰਪਲੀਟ ਨਹੀਂ ਹੋਈਆਂ, ਉਹ ਇੱਕ ਵੱਖਰਾ ਪਾਰਟ ਹੈ ਡਿਵੈਲਪਮੈਂਟ ਦਾ। ਉਹਨੂੰ ਵੀ ਪਲੈਨਿੰਗ ਦੇ ਨਾਲ ਬਕਾਇਦਾ ਅਸੀਂ ਹਰ ਪਿੰਡ ਦਾ ਮਾਸਟਰ ਪਲਾਨ ਤਿਆਰ ਕਰਾਂਗੇ। ਮਾਸਟਰ ਪਲਾਨ ਦੇ ਹਿਸਾਬ ਦੇ ਨਾਲ ਡਿਵੈਲਪਮੈਂਟ ਹੋਊਗੀ। ਅਨਪਲੈਨਡ ਡਿਵੈਲਪਮੈਂਟ ਅਸੀਂ ਬਿਲਕੁਲ ਨਹੀਂ ਕਰਾਂਗੇ। ਨਕੋਦਰ ਸ਼ਹਿਰ ਦੀਆਂ ਬਹੁਤ ਸਾਰੀਆਂ ਸਮੱਸਿਆਵਾਂ, ਪਿਛਲੇ 20 ਸਾਲ ਤੋਂ ਸੀਵਰੇਜ ਪੈ ਰਿਹਾ ਜਿਹੜਾ ਹਜੇ ਤੱਕ ਕੰਪਲੀਟ ਨਹੀਂ ਹੋਇਆ। ਤੁਸੀਂ ਲੰਘ ਕੇ ਆਇਓ, ਤੁਸੀਂ ਹਾਲਾਤ ਦੇਖੇ ਹੋਣਗੇ। ਕੋਈ ਉੱਥੇ ਕਾਰ ਪਾਰਕ ਨਹੀਂ ਹੈ ਅੱਛੀ ਜਗ੍ਹਾ, ਕੋਈ ਪਾਰਕ ਨਹੀਂ ਹੈ ਜਿੱਥੇ ਲੋਕ ਆਪਣਾ ਘੁੰਮ ਫਿਰ ਸਕਣ। ਆਵਾਜਾਈ
ਆਵਾਜਾਈ ਦਾ ਇੰਨਾ ਬੁਰਾ ਹਾਲ ਆ ਕਿ ਲੋਕ ਨਕੋਦਰ ਚ ਵੜਨਾ ਸਾਡੇ ਲਈ ਮੁਹਾਲ ਹੋਇਆ। ਜਿਹੜਾ ਵਪਾਰ ਸਾਰਾ ਠੱਪ ਹੋਇਆ ਪਿਆ। ਬੜੀਆਂ ਬਿਊਟੀਫਿਕੇਸ਼ਨ ਨਾਂ ਦੀ ਕੋਈ ਚੀਜ਼ ਨਹੀਂ ਹੈ। ਤੁਸੀਂ ਜਿਵੇਂ ਦਾ ਸਾਡਾ ਨਕੋਦਰ ਦਾ ਇੱਥੇ ਪੀਰਾਂ ਫਕੀਰਾਂ ਦਾ ਬਹੁਤ ਵੱਡਾ ਲੋਕਾਂ ਦੇ ਸਿਰ ਤੇ ਹੱਥ ਆ, ਉਹਦੇ ਬਾਵਜੂਦ ਦੁਨੀਆ ਇੱਥੇ ਪਹੁੰਚਦੀ ਹੈ ਨਕੋਦਰ ਦੇ ਵਿੱਚ। ਆਲ ਓਵਰ ਇੰਡੀਆ ਦੇ ਵਿੱਚੋਂ ਲੋਕ ਪਹੁੰਚਦੇ ਨੇ, ਪਰ ਤੁਸੀਂ ਦੇਖਦੇ ਹੋਣੇ ਕਿ ਨਕੋਦਰ ਦੀ ਦਿੱਖ ਜਿਹੜੀ ਆ ਉਹ ਚਾਰੇ ਪਾਸਿਓਂ ਬੜੀ ਸਾਨੂੰ ਡੀਗ੍ਰੇਡ ਕਰਦੀ ਆ ਕਿ ਵੀ ਅਸੀਂ ਇੰਨਾ ਕੁਝ ਹੋਣ ਦੇ ਬਾਵਜੂਦ ਉਹ ਨਹੀਂ ਕਰ ਸਕੇ। ਫਿਰ ਸਾਡਾ ਨੂਰਮਹਿਲ ਏਰੀਆ ਆ, ਉੱਥੇ ਸਾਡੇ ਸਕੂਲ ਹੀ ਨਹੀਂ ਹੈ, ਸਰਕਾਰੀ ਸਕੂਲ, ਅਸੀਂ ਉਹ ਬਣਾਉਣੇ ਆ। ਫਿਰ ਉਸ ਤੋਂ ਅੱਗੇ ਬਿਲਗੇ ਚਲੇ ਜਾਓ, ਬਿਲਗਾ ਇਤਿਹਾਸਕ ਨਗਰ ਹੈ ਲੇਕਿਨ ਉਹ ਛੋਟੇ ਜਿਹੇ ਗਲੀਆਂ ਦੇ ਵਿੱਚ ਵਸਿਆ ਹੋਇਆ, ਉਹਨੂੰ ਜ਼ਰੂਰਤ ਹੈਗੀ ਆ। ਉੱਥੇ ਸਾਨੂੰ ਰਿੰਗ ਰੋਡ ਦੀ ਉੱਥੇ ਜ਼ਰੂਰਤ ਆ, ਅਸੀਂ ਉਹ ਲੈ ਕੇ ਆਵਾਂਗੇ। ਬੜੀਆਂ ਸਾਰੀਆਂ ਸਮੱਸਿਆਵਾਂ ਜੀ। ਤੁਸੀਂ ਹਸਪੀਟਲ ਸਭ ਤੋਂ ਵੱਧ ਮੈਨੂੰ ਤਕਲੀਫ ਦਿੰਦੇ ਕਿਉਂਕਿ ਉਹ ਗਰੀਬਾਂ ਦਾ ਇਲਾਜ ਉੱਥੇ ਹੋਣਾ। ਨਕੋਦਰ ਦਾ ਵੀ ਉਹੀ ਹਾਲ ਹੈ। ਨੂਰਮਹਿਲ ਤੱਕ ਖਤਮ, ਉੱਥੇ ਹੈ ਹੀ ਕੁਛ ਨਹੀਂ, ਸਿਰਫ ਬਿਲਡਿੰਗ ਖੜੀ ਆ। ਏਦਾਂ ਹੀ ਬਿਲਗੇ ਦੇ ਵਿੱਚ ਸਿਰਫ ਬਿਲਡਿੰਗ ਖੜੀ ਆ, ਹਸਪੀਟਲ ਦੇ ਵਿੱਚ ਕੋਈ ਸਟਾਫ ਤੇ ਕੋਈ ਮੈਡੀਸਨ ਨਾਂ ਦੀ ਕੋਈ ਚੀਜ਼ ਨਹੀਂ। ਸਾਡਾ ਵਿਜ਼ਨ ਆਮ ਜਿਹੜਾ ਵਪਾਰੀ ਵਰਗ ਦੇ ਨਾਲ ਨਾਲ ਜਿਹੜਾ ਆਮ ਜਿਹੜਾ ਸਾਡਾ ਵੋਟਰ ਆ, ਤੁਸੀਂ ਲਾ ਲਓ ਕਿ ਅਸੀਂ ਇਹ ਵੀ ਨਹੀਂ ਕਹਿੰਦੇ ਕਿ ਗਰੀਬੀ ਰੇਖਾ ਤੋਂ ਹੇਠਾਂ, ਤਾਂ ਤੁਸੀਂ ਸੋਚ ਨਹੀਂ ਸਕਦੇ ਐਸੇ ਹਾਲਾਤ ਨੇ ਪਿੰਡਾਂ ਦੇ ਵਿੱਚ ਕਿ ਲੋਕ ਆਪਣੇ ਇੱਕ ਜੇ ਉਹਦੇ ਵਿੱਚ ਉਹਦੇ ਪਰਿਵਾਰ ਦੇ ਵਿੱਚ ਜੇ 4 ਬੱਚੇ ਨੇ ਨਾ, ਉਹ ਝੁੱਗੀਆਂ ਬਣਾ ਬਣਾ ਕੇ ਬੈਠੇ ਨੇ ਇੱਕ ਘਰ ਦੇ ਵਿੱਚ। ਉਹਨਾਂ ਕੋਲ ਕਮਰੇ ਨਹੀਂ ਹੈ, ਉਹਨਾਂ ਕੋਲ ਜਗ੍ਹਾ ਨਹੀਂ ਹੈ। ਇੱਕ ਇੱਕ ਮਰਲੇ ਦੇ ਵਿੱਚ 3-3 4-4 ਪਰਿਵਾਰ ਰਹਿ ਰਹੇ ਆ। ਮਤਲਬ ਅਸੀਂ 75 ਸਾਲ ਬਾਅਦ ਆਪਣੇ ਬਸ਼ਿੰਦਿਆਂ ਨੂੰ ਇੱਕ ਸਨਮਾਨਯੋਗ ਲਾਈਫ ਨਹੀਂ ਦੇ ਸਕੇ। ਮੇਰਾ ਇਹ ਇੱਕ ਮੈਨੂੰ ਬੜਾ ਦਿਲ ਦੁਖਦਾ। ਔਰ ਜਦੋਂ ਅਸੀਂ ਜਾਂਦੇ ਪਿੰਡਾਂ 'ਚ ਸ਼ਰਮ ਤੇ ਨਮੋਸ਼ੀ ਮਹਿਸੂਸ ਹੁੰਦੀ ਆ ਕਿ ਅਸੀਂ ਇਹਨਾਂ ਕੋਲ ਵੋਟਾਂ 5 ਸਾਲਾਂ ਬਾਅਦ ਮੰਗਣ ਕਿਵੇਂ ਆ ਜਾਂਦੇ ਆ। ਔਰ ਇਹ ਸਾਡੇ ਹਾਕਮ ਜਿਹੜੇ ਦੋਨੋਂ ਪਾਰਟੀਆਂ ਦੋਨੋਂ ਧਿਰਾਂ ਰਹੀਆਂ, ਇਹ ਵੋਟਾਂ ਲੈ ਕੇ ਸੌਂ ਕਿਵੇਂ ਜਾਂਦੇ, ਇਹਨਾਂ ਲੋਕਾਂ ਨੂੰ ਨੀਂਦ ਕਿਵੇਂ ਆਉਂਦੀ ਹੈ। ਐਸੇ ਬੁਰੇ ਹਾਲਾਤ ਨੇ ਜਿਨ੍ਹਾਂ ਤੇ ਮੇਰੀ ਸਾਰੀ ਕਨਸੈਂਟਰੇਸ਼ਨ ਜਿਹੜੀ ਨਾ ਇਹਨਾਂ ਚੀਜ਼ਾਂ ਤੇ ਰਹੂਗੀ। ਔਰ ਮੈਂ ਸਿਰਫ ਤੇ ਸਿਰਫ ਮੇਰਾ ਮਕਸਦ ਇੱਕੋ ਹੀ ਆ, ਸੇਵਾ। ਮੈਂ ਐਮਐਲਏ ਸ਼ਿਪ ਲਈ ਨਹੀਂ ਮਰੀ ਜਾਂਦੀ ਸੀ, ਮੇਰਾ ਕੁਝ ਆਪਣੇ ਲੋਕਾਂ ਵਾਸਤੇ ਕੁਝ ਕਰਨ ਦਾ ਮਨ ਸੀ। ਮੈਂ ਇਸ ਕਰਕੇ ਇਹ ਜਿਹੜਾ ਆਮ ਆਦਮੀ ਪਾਰਟੀ ਨੂੰ ਜੁਆਇਨ ਕੀਤਾ, ਮੈਨੂੰ ਕੁਝ ਇੱਥੇ ਨਜ਼ਰ ਆਇਆ ਸੀ ਕਿ ਮੈਂ ਕੁਝ ਕਰ ਸਕਦੀ ਹਾਂ। ਅਦਰਵਾਈਜ਼ ਤਾਂ ਮੈਂ 20 ਸਾਲ ਤੋਂ ਪੋਲਿਟਿਕਸ 'ਚ। ਜੀ। ਅੱਛਾ, ਜਿਸ ਤਰ੍ਹਾਂ ਦੂਜੀਆਂ ਪਾਰਟੀਆਂ ਵੱਡੇ ਆਪਣੇ ਉਮੀਦਵਾਰਾਂ ਨੂੰ 2-2 ਜਗ੍ਹਾ ਤੋਂ ਚੋਣ ਲੜਾ ਰਹੀਆਂ, ਮਜੀਠੀਆ 2 ਥਾਂ ਤੋਂ ਚੋਣ ਲੜ ਰਹੇ ਨੇ, ਚਰਨਜੀਤ ਸਿੰਘ ਚੰਨੀ 2 ਥਾਂ ਤੋਂ ਚੋਣ ਲੜ ਰਹੇ, ਤੁਹਾਡੇ ਸੀਐਮ ਕੈਂਡੀਡੇਟ ਨੇ ਭਗਵੰਤ ਮਾਨ, ਤੁਹਾਡੀ ਪਾਰਟੀ ਨੂੰ ਇਨਸਿਕਿਉਰਿਟੀ ਹੋਈ ਕਿ ਚਲੋ ਭਗਵੰਤ ਮਾਨ ਨੂੰ ਵੀ 2 ਥਾਂ ਤੋਂ ਲੜਾ ਦੀ, 1 ਥਾਂ ਤੋਂ ਹਾਰ ਗਏ ਤਾਂ ਦੂਜੀ ਥਾਂ ਤੋਂ ਸਹੀ? ਨਹੀਂ, ਇਹ ਤਾਂ ਕਹਿੰਦੇ ਨਾ ਕਿ ਵੀ ਮੈਂ ਨਹੀਂ ਇਹ ਸਮਝਦੀ ਕਿ ਇਨਸਿਕਿਉਰਿਟੀ ਦਾ ਲਾ ਲਓ ਜਾਂ ਕੁਝ ਵੀ ਲਾ ਲਓ, ਇੱਕ ਫੇਸ ਹੁੰਦਾ ਆ ਕਿ ਤੁਸੀਂ ਜਿਹਨੂੰ ਸੀਐਮ ਬਣਾਉਣਾ ਆ ਉਹਨੂੰ ਆਪਾਂ ਪ੍ਰੈਜ਼ੈਂਟ ਕਿਵੇਂ ਕਰਨਾ ਹੈ ਨਾ। ਇਹ ਇੱਕ ਪ੍ਰੈਜ਼ੈਂਟ ਕਰਨ ਦਾ ਤਰੀਕਾ ਹੈਗਾ ਕਿ ਆਪਾਂ ਇਹ ਸਮਝ ਸਕਦੇ ਹਾਂ ਕਿ ਜਿਹਨੇ ਅੱਗੋਂ ਸੀਐਮ ਬਣਨਾ ਉਹ 2 ਸੀਟਾਂ ਤੇ ਲੜ ਰਿਹਾ ਕਿਉਂਕਿ ਉਹਦੀ ਆਪਣੀ ਇੱਕ ਤਾਕਤ ਆ, ਉਹਦਾ ਆਪਣਾ ਲੋਕਾਂ ਦੇ ਨਾਲ ਇੱਕ ਪਿਆਰ ਆ। ਉਸ ਦੇ ਦਮ ਤੇ ਉੱਤੇ 2 ਸੀਟਾਂ ਦੇ ਉੱਤੇ ਭਗਵੰਤ ਮਾਨ ਸਾਹਿਬ ਤਾਂ ਲੜਦੇ ਆ। ਦੂਸਰੀਆਂ ਪਾਰਟੀਆਂ ਦਾ ਮੈਨੂੰ ਪਤਾ ਨਹੀਂ, ਕਿਉਂਕਿ ਕੱਲ ਸੁਣ ਚ ਆ ਰਿਹਾ ਸੀ ਕਿ ਚੰਨੀ ਸਾਹਿਬ ਦੀ ਸੀਟ ਜਿਹੜੀ ਆ ਚਮਕੌਰ ਸਾਹਿਬ ਵਾਲੀ ਉਹ ਨਿਕਲਦੀ ਨਹੀਂ, ਇਸ ਕਰਕੇ 2 ਸੀਟਾਂ ਤੋਂ ਲੜ ਰਹੇ ਨੇ, ਹੈ ਨਾ। ਸ਼ੁਕਰੀਆ, ਧੰਨਵਾਦ ਗੱਲਬਾਤ ਕਰਨ ਦੇ ਲਈ। ਸੋ ਇਹ ਸਨ ਆਮ ਆਦਮੀ ਪਾਰਟੀ ਦੇ ਉਮੀਦਵਾਰ ਨੇ ਨਕੋਦਰ ਤੋਂ ਇੰਦਰਜੀਤ ਕੌਰ ਮਾਨ, ਜਿਨ੍ਹਾਂ ਦਾ ਦਾਅਵਾ ਕਿ ਦੁਆਬੇ ਦੀ ਸਿਆਸਤ ਦੇ ਵਿੱਚ ਵੀ ਫੇਰ ਬਦਲ ਹੋਵੇਗਾ ਤੇ ਦੁਆਬੇ ਦੇ ਲੋਕ ਆਮ ਆਦਮੀ ਪਾਰਟੀ ਨੂੰ ਮੌਕਾ ਦੇਣਗੇ। ਤੇ ਦੂਜਾ ਨਾਲ ਹੀ ਇਹਨਾਂ ਨੇ ਆਪਣਾ ਵਿਜ਼ਨ ਵੀ ਕਲੀਅਰ ਕੀਤਾ ਕਿ ਜਿਸ ਤਰ੍ਹਾਂ ਮੈਂ ਦਾਅਵਾ ਇਹਨਾਂ ਦਾ ਕਿ ਜਿਸ ਤਰ੍ਹਾਂ ਮੈਂ ਸਰਪੰਚ ਰਹਿੰਦਿਆਂ ਪਿੰਡ ਦੀ ਨੁਹਾਰ ਬਦਲੀ, ਉਸੇ ਤਰ੍ਹਾਂ ਮੈਂ ਜੇਕਰ ਮੈਨੂੰ ਹਲਕੇ ਦੇ ਲੋਕ ਮਾਣ ਬਖਸ਼ਦੇ ਨੇ ਤਾਂ ਮੈਂ ਆਪਣੇ ਹਲਕੇ ਦੀ ਵੀ ਨੁਹਾਰ ਉਸੇ ਤਰ੍ਹਾਂ ਬਦਲ ਦਿਆਂਗੇ। ਆਪਣੇ ਸਹਿਯੋਗੀ ਵਿਸ਼ਾਲ ਦੇ ਨਾਲ ਮੈਂ ਗਗਨਦੀਪ ਰਟੌਲ, ਅੱਖਰ ਦੇ ਲਈ।